ਕੀ ਕਰੋਨਾ 5G ਦੀ ਵਜ੍ਹਾ ਦੇ ਨਾਲ ਫੈਲ ਰਿਹਾ ਹੈ? ਲਗਾਤਾਰ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਵੀਡੀਓ ਵਾਇਰਲ ਹੋ ਰਹੇ ਨੇ, ਪਰ ਸੱਚਾਈ ਕੀ ਹੈ? ਆਓ ਤੁਹਾਨੂੰ ਦੱਸਦੇ ਹਾਂ ਸਾਡੀ ਇਸ ਖਾਸ ਰਿਪੋਰਟ ਵਿੱਚ। ਸੋਸ਼ਲ ਮੀਡੀਆ ਦੇ ਅਕਸਰ ਬਹੁਤ ਸਾਰੇ ਫਾਇਦੇ ਵੀ ਨੇ ਤੇ ਕਈ ਨੁਕਸਾਨ ਵੀ ਹੋ ਜਾਂਦੇ ਨੇ, ਖਾਸ ਤੌਰ ਤੇ ਉਦੋਂ ਜਦੋਂ ਕੋਈ ਮਹਾਮਾਰੀ ਫੈਲੀ ਹੋਵੇ, ਜਦੋਂ ਮੁਲਕ ਤੇ ਕੋਈ ਵਿਪਤਾ ਆਈ ਹੋਵੇ। ਇਸ ਵਿਪਤਾ ਦੀ ਘੜੀ ਦੇ ਵਿੱਚ, ਕਰੋਨਾ ਮਹਾਕਾਲ ਦੇ ਵਿੱਚ ਬੜੀਆਂ ਸਾਰੀਆਂ ਗੱਲਾਂ, ਬੜੀਆਂ ਸਾਰੀਆਂ ਅਫਵਾਹਾਂ ਅਜਿਹੀਆਂ ਨੇ ਜੋ ਲੋਕਾਂ ਦਾ ਵੱਡਾ ਨੁਕਸਾਨ ਕਰ ਰਹੀਆਂ ਨੇ। ਇਹ ਵੀ ਕਹਿ ਸਕਦੇ ਹੋ ਕਿ ਕਰੋਨਾ ਨਾਲ ਘੱਟ ਤੇ ਦਹਿਸ਼ਤ ਦੇ ਨਾਲ ਜਾਂ ਅਫਵਾਹਾਂ ਨਾਲ ਲੋਕਾਂ ਦੀਆਂ ਵੱਧ ਮੌਤਾਂ ਹੋ ਰਹੀਆਂ ਨੇ। ਬਹੁਤ ਸਾਰੀਆਂ ਅਫਵਾਹਾਂ, ਰਿਊਮਰਸ ਫੈਲਾਏ ਜਾਂਦੇ ਨੇ, ਦੇਸੀ ਨੁਸਖੇ ਦੱਸੇ ਜਾਂਦੇ ਨੇ ਕਿ ਫਲਾਣੀ ਚੀਜ਼ ਕਰ ਲਓ ਜੀ ਤੁਹਾਡਾ ਕਰੋਨਾ ਖਤਮ ਹੋ ਜਾਏਗਾ, ਫਲਾਣੀ ਦਵਾਈ ਖਾ ਲਓ ਤੁਹਾਡਾ ਕਰੋਨਾ ਖਤਮ ਹੋ ਜਾਏਗਾ। ਅਜਿਹੀਆਂ ਚੀਜ਼ਾਂ ਵੀ ਬੜੀਆਂ ਵਾਇਰਲ ਹੋ ਰਹੀਆਂ ਨੇ। ਇਹਨਾਂ ਵਾਇਰਲ ਚੀਜ਼ਾਂ ਦੇ ਵਿੱਚੋਂ ਹੀ ਇੱਕ ਚੀਜ਼ ਹੋਰ ਵਾਇਰਲ ਹੋਈ ਹੈ ਤੇ ਉਹ ਇਹ ਹੈ ਕਿ ਇਹ ਸਭ ਕੁਝ ਕਿਉਂ ਹੋ ਰਿਹਾ? ਇਹ ਸਭ ਕੁਝ ਹੋ ਰਿਹਾ 5G ਕਰਕੇ। ਬੜਾ ਤਰਕ ਇਹ ਦਿੱਤਾ ਜਾਂਦਾ ਹੈ ਕਿ ਕਰੋਨਾ ਦੀ ਬਿਮਾਰੀ ਹੈ ਜਿਹੜੀ ਹੈ ਵਿਕਰਾਲ ਰੂਪ ਧਾਰਨ ਇਸ ਕਰਕੇ ਕਰ ਗਈ ਕਿਉਂਕਿ 5G ਦੀ ਟੈਸਟਿੰਗ ਮੁਲਕ ਦੇ ਵਿੱਚ ਹੋ ਰਹੀ ਹੈ, ਉਸ ਕਰਕੇ ਕਰੋਨਾ ਦਾ ਰੂਪ ਹੈ ਜਿਹੜਾ ਉਹ ਵਿਗੜ ਗਿਆ। ਇਸੇ ਕਰਕੇ ਇੰਨੀਆਂ ਜਾਨਾਂ ਜਾ ਰਹੀਆਂ ਨੇ। 5G ਦੀ ਟੈਸਟਿੰਗ ਤੁਰੰਤ ਪ੍ਰਭਾਵ ਨਾਲ ਰੋਕਣੀ ਚਾਹੀਦੀ ਹੈ। ਇਹ ਚਾਈਨਾ ਦੀ ਇੱਕ ਚਾਲ ਹੈ ਜਿਸ ਕਰਕੇ ਇਹ ਸਭ ਕੁਝ ਹੋ ਰਿਹਾ। ਅਸੀਂ ਇਹ ਸਮਝਣ ਦੀ, ਇਹ ਜਾਣਨ ਦੀ ਅੱਜ ਕੋਸ਼ਿਸ਼ ਕਰਾਂਗੇ ਕਿ ਵਾਕਈ 5G ਦਾ ਕਰੋਨਾ ਨਾਲ ਕੋਈ ਲਿੰਕ ਹੈਗਾ। ਜੋ ਬਿਮਾਰੀ ਵਿਕਰਾਲ ਰੂਪ ਧਾਰਨ ਕਰ ਰਹੀ ਹੈ, ਜੋ ਲਗਾਤਾਰ ਮੌਤਾਂ ਹੋ ਰਹੀਆਂ ਨੇ, ਕੀ ਉਹ ਸਿਰਫ ਤੇ ਸਿਰਫ 5G ਕਰਕੇ ਹੋ ਰਹੀਆਂ ਨੇ? ਇਹ तमाम ਗੱਲਾਂ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਕਿਉਂਕਿ ਸਾਡਾ ਇਹ ਮਕਸਦ ਹੁੰਦਾ ਕਿ ਲੋਕਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚੇ। ਜਿਹੜੇ ਲੋਕ 5G ਬਾਰੇ ਅਫਵਾਹਾਂ ਉਡਾ ਰਹੇ ਨੇ ਜਾਂ ਗੱਲਾਂ ਕਰ ਰਹੇ ਨੇ, ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਤੁਹਾਨੂੰ ਪਤਾ ਹੋਣੀ ਬੜੀ ਜ਼ਰੂਰੀ ਹੈ। ਸਾਡੇ ਨਾਲ ਇੱਕ ਖਾਸ ਮਹਿਮਾਨ ਜੁੜੇ ਹੋਏ ਨੇ, ਬਹੁਤ ਸੀਨੀਅਰ ਨੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ। PGI ਜਿਹੜਾ ਇੱਕ ਵੱਡਾ ਸੈਂਟਰ ਨਾਰਥ ਰੀਜਨ ਦਾ ਇੱਕ ਬਹੁਤ ਵੱਡਾ ਮੈਡੀਕਲ ਸੈਂਟਰ ਹੈਗਾ, ਜਿੱਥੋਂ ਦੇ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਨੇ। ਡਾਕਟਰ ਰਵਿੰਦਰ ਖੇਮਵਾਲ ਸਾਹਿਬ ਐਡੀਸ਼ਨਲ ਪ੍ਰੋਫੈਸਰ ਨੇ ਸਕੂਲ ਆਫ ਪਬਲਿਕ ਹੈਲਥ ਦੇ, PGI ਦੇ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਪਹਿਲਾ ਸਿੱਧਾ ਤੇ ਸਪਸ਼ਟ ਸਵਾਲ कि 5G ਦਾ कोरोना नाल कोई लेना देना है कि नहीं है? देखिए, 5G का और कोरोना का आपस में कोई लेना देना नहीं है। जो कोविड-19 या कोरोना है वो एक कम्युनिकेबल डिजीज़ है, या आप कह सकते हैं एक इन्फेक्शियस डिजीज़ है। जबकि जो रेडिएशन की हम बात कर रहे हैं, जिसको हम 5G कहते हैं, उसको अगर अभी तक के एविडेंस देखें, इसके लिए कमेटी होती है, इंटरनेशनल कमेटी ऑन नॉन आयनाइज्ड रेडिएशन के ऊपर नॉन आयनाइज्ड रेडिएशन प्रोटेक्शन कमेटी, और उन्होंने जो ब्रॉड एविडेंस देखे हैं उसके बेस पर कह सकते हैं कि दोनों के बीच कोई रिलेशन नहीं है और दोनों का आपस में कोई संबंध नहीं है। ਡਾਕਟਰ ਸਾਹਿਬ, ਕੁਝ ਲੋਕਾਂ ਵੱਲੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ 5G ਦੀਆਂ ਜਿਹੜੀਆਂ ਰੇਡੀਏਸ਼ਨਸ ਹੈ ਉਹ ਰੇਡੀਏਸ਼ਨ ਟ੍ਰਾਂਸੇਬਲ ਹੈ। ਉਹ ਰੇਡੀਏਸ਼ਨ ਜੇ ਕਰੋਨਾ ਪੇਸ਼ੈਂਟ ਨੂੰ ਪੈਂਦੀ ਹੈ, ਉਹੀ ਰੇਡੀਏਸ਼ਨ ਦੂਜੇ ਨਾਰਮਲ ਵਿਅਕਤੀ ਨੂੰ ਪੈਂਦੀ ਹੈ ਤਾਂ ਉਹ ਟ੍ਰਾਂਸਫਰ ਵਾਇਰਸ ਜਿਹੜਾ ਉਹ ਟ੍ਰਾਂਸਫਰ ਹੋ ਜਾਂਦਾ ਹੈ। ਮੈਂ ਇਹ ਸਮਝਣਾ ਚਾਹੁੰਦਾ ਕਿ ਜਿਹੜਾ ਕੋਵਿਡ ਹੈ ਉਹ ਇੱਦਾਂ ਟ੍ਰਾਂਸਫਰ ਹੋ ਜਾਂਦਾ ਹੈ ਕਿ ਕਿਸੇ ਬੰਦੇ ਨੂੰ ਕੋਵਿਡ ਕੋਈ ਪੋਜ਼ਿਟਿਵ ਹੈ, ਉਹਦੇ ਤੇ ਕੋਈ ਕਿਰਨਾਂ 5G ਦੀਆਂ ਪਈਆਂ ਤੇ ਉਹ ਕਿਰਨਾਂ ਦੂਜੇ ਬੰਦੇ ਤੇ ਪੈ ਗਈਆਂ, ਜਿਹੜਾ ਕੋਵਿਡ ਪੇਸ਼ੈਂਟ ਨਹੀਂ ਸੀਗਾ ਉਹਨੂੰ ਵੀ ਕੋਵਿਡ ਹੋ ਗਿਆ। ਇਹਦੇ ਵਿੱਚ ਕੋਈ ਸੱਚਾਈ, ਇਹਦੇ ਵਿੱਚ ਕੋਈ ਤੱਥ, ਕੋਈ स्टडी हैगी इदां दी? देखिए, जो 5G रेडिएशन होते हैं ये 3.5 गीगाहर्ट्ज से लेके 300 गीगाहर्ट्ज के बीच आते हैं। यानी कि अगर हम देखें इसमें जो रेंज है वो एक बिल्डिंग जितनी बड़ी इनकी वेव होती है। तो ये कह देना कि ये एक बंदे से दूसरे बंदे पे हो जाएगा तो ये एक गलत अवधारणा है। अक्सर ये ਇਹਦੇ ਬਾਰੇ ਚਰਚਾ ਕੀਤੀ ਜਾਂਦੀ ਹੈ ਕਿ ਇੱਕ ਬੰਦੇ ਨੂੰ ਲੈ ਕੇ ਦੂਜੇ ਬੰਦੇ ਤੇ ਚਲੀ ਜਾਂਦੀ ਹੈ। जो हम बात करते हैं कि जी डॉक्टर साहब दसो जी की कह रहे हो? देखिए, जब ये इन्फेक्शन की हम बात करते हैं तो ये इन्फेक्शन जो है, जब हम एक जो एसिम्प्टोमेटिक पर्सन है यानी कि उसको कोविड-19 है और हमें उसके बारे में नहीं पता है और हम 30 मिनट के आसपास उसके साथ अगर समय व्यतीत करते हैं और उस दौरान डिपेंडिंग ऑन द वायरल लोड बेसिकली ये डिजीज जो है ये ट्रांसमिट होती है। अभी तो ये भी एविडेंस आ रहे हैं कि फॉर्माइट यानी कि जो सतह और सरफेस के द्वारा इसके फैलने के जो चांस या कह सकते हैं कि तरीके हैं वो भी बहुत कम है, उसकी भी संभावनाएं बहुत कम है। डॉक्टर साहब, एक गल होर भी सामने आई सी कि ये डिजीज एयरबोर्न हैगा, हवा दे विच ये चीज़ फैलदी है कि नहीं फैलदी? देखिए,
जब हम ड्रॉपलेट के द्वारा इसे ट्रांसमिशन कहते हैं, तो यानी कि जो स्मॉल ड्रॉपलेट होती है उनके द्वारा ये फैलता है। हालांकि अभी इमर्जिंग एविडेंस ये आ रहे हैं कि ये एयरबोर्न है, लेकिन एयरबोर्न होने का मतलब ये नहीं है कि ये इन्फेक्शियस है। जैसे आपको पता होगा कि टीबी जो है वो भी एयरबोर्न डिजीज है, लेकिन वो डिपेंड करता है वायरल लोड के ऊपर कि आपको वो बीमार बना पाएगी या नहीं बना पाएगी। तो सॉरी, टीबी तो जो है वो तो एक बैक्टीरियल डिजीज है। मैं कह रहा हूं कि कोविड-19 का अगर हम देखें, अगर ये इमर्जिंग एविडेंस ये प्रूव भी कर रहे हैं कि ये एयरबोर्न है, जैसा कि काफी इस पे इस समय इमर्जिंग एविडेंस आ चुके हैं, तो ये डिपेंड करेगा ऑन वायरल लोड कि आपको अफेक्ट कर पाता है या नहीं कर पाता है। अच्छा डॉक्टर साहब, कुछ गल्लां ਇਹ ਵੀ ਕਹੀਆਂ ਜਾ ਰਹੀਆਂ ਨੇ, ਸ਼ਾਇਦ ਤੁਹਾਡੇ ਕੋਲ ਵੀ ਇਹ ਗੱਲ ਪਹੁੰਚੀ ਹੋਣੀ ਹੈ ਕਿ ਬਹੁਤ ਸਾਰੇ ਮੁਲਕ ਨੇ, ਬਹੁਤ ਸਾਰੀਆਂ ਕੰਟਰੀਜ਼ ਨੇ ਜਿਨ੍ਹਾਂ ਨੇ 5G ਟੈਸਟਿੰਗ ਬੰਦ ਕਰ ਦਿੱਤੀ ਹੈ ਕਿਉਂਕਿ ਉੱਥੇ ਉਹਨਾਂ ਨੂੰ ਪ੍ਰੂਫ ਮਿਲ ਗਈ ਆ, ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ 5G ਕਰਕੇ ਕਰੋਨਾ ਦਾ ਜਿਹੜਾ ਰੂਪ ਹੈ ਹੋਰ ਜ਼ਿਆਦਾ ਵੱਡਾ ਹੁੰਦਾ ਜਾ ਰਿਹਾ। ਅਜਿਹੀ ਤੁਹਾਡੇ ਤੱਕ ਕੋਈ ਖਬਰ ਪਹੁੰਚੀ ਹੈ ਕਿ ਕਿਸੇ ਹੋਰ ਦੇਸ਼ ਨੇ, ਕਿਸੇ ਕੰਟਰੀ ਨੇ, ਕਿਸੇ ਮੁਲਕ ਨੇ 5G ਦੀ ਟੈਸਟਿੰਗ ਸਿਰਫ ਇਸ ਕਰਕੇ ਬੰਦ ਕਰ ਦਿੱਤੀ ਹੈ ਕਿਉਂਕਿ ਕਰੋਨਾ फैल रहा है? जी नहीं, अभी तक ऐसी कोई भी जानकारी नहीं है। और WHO की जो गाइडलाइन है वो भी ये कहती है कि जो इलेक्ट्रॉनिक मैग्नेटिक वेव हैं यानी कि वो सेफ है, और उनका अभी तक हेल्थ पर कोई भी जो एपिडेमियोलॉजिकल स्टडी प्रूव करते हुए कि नेगेटिव इंपैक्ट हो अवेलेबल नहीं है। जो हम बात करें कि बहुत सारे देश हैं, तो सबसे पहले अगर हम बात करें तो ऑस्ट्रेलिया, न्यूजीलैंड, साउथ कोरिया, इन देशों में ये 5G टेक्नोलॉजी काफी आगे तक पहुंच चुकी है। लेकिन अगर आप देखें तो वहां पे केसेस जो है वो सबसे कम है। अगर हम इंडिया की बात करें तो ये टेक्नोलॉजी जो है ये ट्रायल फेज में, अभी एक ही कंपनी जो है इसको ट्रायल कर रही है और बाकी कंपनी जो है वेट कर रही है। तो ये कह देना कि इंडिया में 5G टावर और उसकी वजह से हो रहा है, जो अभी टेक्नोलॉजी इंडिया में ट्रायल फेज में है उसकी वजह से इतनी तेजी से ये सेकंड वेव हो जाना या इतनी तेजी से फैल जाना, ये सिर्फ मिथ्या है और इसका कोई बेस नहीं है। अच्छा डॉक्टर साहब, एक आखिरी सवाल मैं थोड़ा तो जरूर पूछना चाहना कि चलो कोरोना ना सही, 5G एक हवा बन चुका है या बनाया जा रहा है, ਇਹਦਾ वैसे कोई नुकसान हैगा? थोड़ी स्टडी या कोई स्टडी की कहती है कि जे 5G इंडिया ਦੇ ਵਿੱਚ पूरी तरह आ गया, ਇਹਦੀ ਜਿਹੜੀ ਟੈਸਟਿੰਗ ਹੈ ਮੁਕੰਮਲ ਹੋਗੀ, कोरोना ना सही कोई होर कोई बीमारी या किसी तरह की डिजीज पैदा कर दी है? देखिए, पूरी जो दुनिया है उसमें दो संस्थाएं हैं, इंटरनेशनल कमेटी ऑन इलेक्ट्रोमैग्नेटिक सेफ्टी और दूसरी है इंटरनेशनल कमीशन ऑन नॉन आयनाइजेशन रेडिएशन सेफ्टी। ये जो कमेटी है ये पूरी दुनिया के लिए गाइडलाइन बनाती है और इनके अकॉर्डिंग इसका अभी तक कोई भी प्रूवन हेल्थ इफेक्ट नहीं है। हालांकि ये जरूर है कुछ जो इमर्जिंग एविडेंस है उन पर ध्यान दिया जा रहा है और लॉन्ग टर्म इंपैक्ट की थोड़ा सा संभावनाएं बताई जा रही है, लेकिन उनको लेकर भी अभी कोई स्टडी सामने नहीं आई है। और WHO ने भी कहा है कि हम इस पर अध्ययन कर रहे हैं, जो रिपोर्ट है वो 2022 तक सामने आएगी। लेकिन जो अभी तक के एविडेंस है उसके बेसिस पे ये कहा जा सकता है कि इनकी वजह से थोड़ा सा बॉडी में हीटिंग होती है और वो भी नेग्लिजिबल है। मतलब अगर उसकी बात करें तो वो 10⁻³ या इससे भी जो कह सकते हैं कि डिग्री सेल्सियस की हीटिंग करती है, तो वो नॉन इंपैक्टफुल हीटिंग है और उसका हमारे शरीर पर कोई प्रभाव नहीं पड़ेगा। सो एक गल डॉक्टर साहब बिल्कुल क्लीयर है कि कोविड ਦਾ ਤੇ 5G ਦਾ ਕੋਈ ਲੈਣਾ ਦੇਣਾ ਨਹੀਂ ਹੈ। ਲੋਕਾਂ ਵੱਲੋਂ ਜਿਹੜੀ ਅਫਵਾਹ ਫੈਲਾਈ ਜਾ ਰਹੀ ਹੈ ਉਹ ਬਿਲਕੁਲ ਨਿਰਾਧਾਰ ਹੈ, ਉਹਦਾ ਕੋਈ ਪ੍ਰੂਫ ਨਹੀਂ ਹੈ ਕਿ 5G ਦਾ कोविड ਦਾ ਕੋਈ ਲੈਣਾ देना। देखिए, कोई भी अभी तक साइंटिफिक एविडेंस या एपिडेमियोलॉजिकल स्टडी ऐसी नहीं आई है और ना ही जो इंटरनेशनल जो हमारी कमेटीज हैं जो नॉन आयनाइजिंग रेडिएशन के हेल्थ इफेक्ट को देखती है उनकी तरफ से ऐसी कोई वार्निंग या चेतावनी दी गई है। ठीक, डॉक्टर साहब बहुत बहुत धन्यवाद इस तमाम जानकारी देने के लिए। सो लोगों तक चैक फैक्ट दिखाना बड़ा जरूरी सीगा कि ये ਜਿਹੜੇ फैक्ट ने ਜਿਹੜੀਆਂ ਗੱਲਾਂ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਸੱਚਾਈ ਹੈ ਕਿ ਨਹੀਂ ਹੈ। ਇਸ ਲਈ ਰੱਬ ਦਾ ਵਾਸਤਾ ਲੋਕਾਂ ਦੇ ਅੱਗੇ ਜਿਹੜੇ ਲੋਕ ਇਹ ਅਫਵਾਹਾਂ ਫੈਲਾ ਰਹੇ ਨੇ, ਲੋਕ ਪਹਿਲਾਂ ਹੀ ਖਤਰੇ ਦੇ ਵਿੱਚ ਨੇ, ਲੋਕ ਪਹਿਲਾਂ ਹੀ ਆਪਣੀ ਜਾਨ ਗਵਾ ਰਹੇ ਨੇ। ਅਜਿਹੀਆਂ ਚੀਜ਼ਾਂ ਨੂੰ ਫੈਲਾ ਕੇ ਅਸੀਂ ਹੋਰ ਲੋਕਾਂ ਨੂੰ ਦੁਬਿਧਾ ਦੇ ਵਿੱਚ ਪਾ ਰਹੇ ਹਾਂ। ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹਨੂੰ ਇਗਨੋਰ ਕੀਤਾ ਜਾਵੇ। ਜਦੋਂ ਵੀ ਤੁਹਾਡੇ ਕੋਲ ਕੋਈ ਖਬਰ ਆਉਂਦੀ ਹੈ ਤਾਂ ਉਸ ਨੂੰ ਫਾਰਵਰਡ ਕਰਨ ਤੋਂ ਪਹਿਲਾਂ ਇੱਕ ਵਾਰ ਉਹਦੀ ਰਿਐਲਿਟੀ ਚੈੱਕ ਜ਼रूर कर लिया जाए। PGI ਦੇ ਇੱਕ ਸੀਨੀਅਰ ਡਾਕਟਰ ਕਹਿ ਰਹੇ ਨੇ ਕਿ ਕੋਈ ਵੀ ਦੁਨੀਆ ਦੇ ਵਿੱਚ ਅਜਿਹੀ ਸਟੱਡੀ ਨਹੀਂ ਹੈ। ਬੜੀਆਂ ਥਾਵਾਂ ਤੇ 5G ਪੂਰੀ ਤਰ੍ਹਾਂ ਦੇ ਨਾਲ ਚੱਲ ਰਿਹਾ ਪਰ ਉੱਥੇ ਕੇਸਿਸ ਹੈ ਹੀ ਨਹੀਂ ਹੈ ਜਾਂ ਬਹੁਤ ਘੱਟ ਹੈ। ਇੰਡੀਆ ਦੇ ਵਿੱਚ ਹਲੇ ਇੱਕ ਕੰਪਨੀ ਹੈ, ਇੱਕ ਛੋਟੇ ਜਿਹੇ ਏਰੀਆ ਦੇ ਵਿੱਚ ਹਲੇ ਟੈਸਟਿੰਗ ਕਰ ਰਹੀ ਹੈ ਤਾਂ ਅਸੀਂ ਕਹਿ ਰਹੇ ਹਾਂ ਕਿ 5G ਕਰਕੇ ਕੁਝ ਹੋ ਰਿਹਾ ਜਦਕਿ ਸਾਇੰਟੀਫਿਕ ਪ੍ਰੂਫ ਹੀ ਨਹੀਂ ਹੈਗਾ। ਇਸ ਤੋਂ ਇਲਾਵਾ ਇੱਕ ਹੋਰ ਗੱਲ ਦੱਸ ਦਈਏ, 27 ਅਪ੍ਰੈਲ ਨੂੰ ਵੀ ਕੇਂਦਰ ਦੇ ਪ੍ਰੈਸ ਇਨਫੋਰਮੇਸ਼ਨ ਬਿਊਰੋ PIB ਨੇ ਵੀ ਆਪਣਾ ਚੈੱਕ ਫੈਕਟ ਕੀਤਾ ਸੀਗਾ। ਉਹਨਾਂ ਨੇ ਵੀ ਕਿਹਾ ਕਿ ਅਸੀਂ ਪੂਰੀ ਜਾਂਚ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਹਾਂ 5G ਦਾ
ਕਰੋਨਾ ਵਾਇਰਸ ਦੇ ਨਾਲ ਜਾਂ ਕੋਵਿਡ-19 ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਕਰਕੇ ਅਜਿਹੀਆਂ ਬੇਤੁਕੀਆਂ ਅਫਵਾਹਾਂ, ਬੇਤੁਕੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਜਾਵੇ। ਕਰੋਨਾ ਵਾਇਰਸ ਇੱਕ ਮਹਾਮਾਰੀ ਬਣ ਚੁੱਕੀ ਹੈ, ਉਸ ਨਾਲ ਲੜਨ ਦੇ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਏਗਾ ਔਰ ਇਹਨਾਂ ਅਫਵਾਹਾਂ ਨੂੰ ਦੂਰ ਕਰਨਾ ਪਏਗਾ।